ਜਲੰਧਰ ਇੰਪਰੂਵਮੈਂਟ ਟਰਸਟ ਨੇ ਇੱਕ ਸਕੀਮ ਫਲੋਟ ਕੀਤੀ ਸੀਗੀ ਗੁਰੂ ਤੇਗ ਬਹਾਦਰ ਨਗਰ ਸਕੀਮ 110 ਏਕੜ ਦੀ, ਜਿਹਦਾ ਕਿ ਸਾਰੀ ਕਾਰਵਾਈ ਜਿਹੜੀ ਅਵਾਰਡ ਵਗੈਰਾ 1979 ਦੇ ਵਿੱਚ ਹੋ ਗਏ ਸੀਗੇ। ਉਸ ਤੋਂ ਬਾਅਦ ਮਿਲੀ ਭੁਗਤ ਨਾਲ ਕੁਛ ਉੱਥੇ ਨਜਾਇਜ਼ ਕਾਬਜ਼ਕਾਰ ਆ ਕੇ ਬੈਠ ਗਏ ਤੇ ਉਹਦੇ ਨਾਲ ਕੁਛ ਕਾਫੀ ਵੱਡੇ ਘਰ ਸੀਗੇ, ਸੋਰਟ ਆਫ ਮੋਹਰੇ ਕਿਸੇ ਨੂੰ ਹੋਰ ਕਰਕੇ ਤੇ ਵੱਡੇ ਘਰਾਂ ਨੇ ਕੁਛ ਉੱਥੇ ਜ਼ਮੀਨਾਂ ਮੱਲੀਆਂ ਹੋਈਆਂ ਸੀਗੀਆਂ। ਸਾਰਿਆਂ ਤੋਂ ਕੀਮਤੀ ਜ਼ਮੀਨ ਸੀਗੀ ਔਰ ਇਹਦੀ ਜਿਹੜੀ ਲਿਟੀਗੇਸ਼ਨ ਸੀਗੀ ਉਹ ਵੀ ਸਾਰੀ ਹੋਈ ਸੁਪਰੀਮ ਕੋਰਟ ਤੱਕ ਗਈ। ਪਹਿਲਾਂ ਲੋਅਰ ਕੋਰਟ 'ਚ ਗੱਲਾਂ ਬਾਤਾਂ ਹੋਈਆਂ, ਉਹਦੇ 'ਚ ਜਿੰਨੇ 27 ਕਾਬਜ਼ਕਾਰ ਸੀਗੇ ਉੱਥੇ ਨਜਾਇਜ਼ ਕਾਬਜ਼ਕਾਰ, ਉਹਨਾਂ ਨੂੰ ਸੁਣਿਆ ਗਿਆ, ਅਦਾਲਤ ਨੇ ਸੁਣਿਆ। ਉਸ ਤੋਂ ਬਾਅਦ ਹਾਈ ਕੋਰਟ 'ਚ ਕੇਸ ਚੱਲਿਆ ਔਰ ਹਾਈ ਕੋਰਟ ਦੇ ਵਿੱਚ 16 ਅਗਸਤ 2012 ਨੂੰ ਫਾਈਨਲ ਡਿਸੀਜਨ ਹੋ ਗਿਆ, ਜਿਹਦੇ ਵਿਰੁੱਧ SLP ਪਾਈ ਗਈ। ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਨਹੀਂ, ਇਹ ਇੰਪਰੂਵਮੈਂਟ ਟਰਸਟ ਦੀ ਜ਼ਮੀਨ ਆ, ਸਾਰਿਆਂ ਨੂੰ ਇੱਥੋਂ ਖਾਲੀ ਕਰਨੀ ਪੈਣੀ ਆ। ਉਸ ਵੇਲੇ ਤੁਸੀਂ ਦੇਖ ਲਓ ਕਿ 2012 ਦੇ ਵਿੱਚ ਕਿਹੜੀਆਂ ਸਰਕਾਰਾਂ ਸੀਗੀਆਂ, ਉਹਨਾਂ ਨੇ ਇਸ ਪਬਲਿਕ ਪ੍ਰਾਪਰਟੀ ਨੂੰ ਜਿਹੜੀ ਲੋਕਾਂ ਦੇ ਪੈਸੇ ਨਾਲ ਖਰੀਦੀ ਗਈ ਸੀ ਔਰ ਡਿਵੈਲਪ ਕੀਤਾ ਜਾਣਾ ਸੀਗਾ, ਇਹਦੇ ਬਾਰੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਲਿਟੀਗੇਸ਼ਨ ਇੱਧਰ ਉੱਧਰ ਇੱਕ ਦੂਜੇ ਦੇ ਸਿੱਟਦੇ ਰਹੇ, ਕਦੇ ਅਖਬਾਰ 'ਚ ਇਸ਼ਤਿਹਾਰ ਕਢਾਤਾ ਕਿ ਇੰਨੀ ਤਰੀਕ ਨੂੰ ਖਾਲੀ ਕਰਾ ਦੇਣੀ ਆ, ਕਦੇ ਕੁਝ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਕੰਟੈਂਪਟ ਆਫ ਕੋਰਟ ਕੇਸ ਹੋ ਗਿਆ COCP ਇੰਪਰੂਵਮੈਂਟ ਟਰਸਟ ਦੇ ਅਗੇਂਸਟ ਤੇ ਪੰਜਾਬ ਗਵਰਨਮੈਂਟ ਦੇ ਅਗੇਂਸਟ। ਉਹਦੇ ਵਿੱਚ ਵੀ ਲੋਕਣ ਮੀਟੀ ਖੇਡਦੇ ਰਹੇ ਸਿਆਸਤਦਾਨ, ਵਿੱਚੇ ਹੀ ਅਫਸਰ ਤੇ ਵਿੱਚੇ ਹੀ ਸਾਰਾ ਕੁਝ ਰਲਿਆ ਮਿਲਿਆ ਮਿਲਗੋਬਾ ਹੀ ਸੀਗਾ। ਤੇ ਉਸ ਤੋਂ ਬਾਅਦ ਜਦੋਂ ਹੁਣ ਸਿਰੇ ਤੇ ਚੀਜ਼ ਆ ਪੁਲਿਸ ਦੇਣ ਦੀ ਗੱਲ ਕੀਤੀ ਹੈ ਤੇ ਉਹ ਸਾਰੇ ਜਿੰਨੇ ਅਸੀਂ ਜੋ ਵੀ ਉੱਥੇ ਕਾਰਵਾਈ ਕੀਤੀ ਹੈ ਵੱਡਿਆਂ ਘਰਾਂ ਤੋਂ ਸ਼ੁਰੂ ਕੀਤੀ ਹੈ। ਪੱਕੇ ਘਰ 5-7 ਸਟਰਕਚਰ ਇਹੋ ਜਿਹੇ ਸੀਗੇ ਜਿਹੜੇ ਸਾਡੇ ਕੋਲ ਉਹਨਾਂ ਦੀਆਂ ਫੋਟੋਆਂ ਹੈਗੀਆਂ, ਇਸ ਵੇਲੇ ਮੇਰੇ ਕੋਲ ਨਹੀਂ ਹੈ, ਬਟ ਸਾਰਿਆਂ ਨੂੰ ਪਤਾ ਆ ਜਿਹੜੇ ਮੋਹਰੇ ਹੈਗੇ ਆ, ਜਿਹੜੇ ਕਿ ਇਲੀਗਲ ਰਜਿਸਟਰੀਆਂ ਵੀ ਕਰਾਈ ਫਿਰਦੇ ਆ। ਸਾਡੇ ਨਾਲ ਅਦਾਲਤਾਂ ਦੇ ਵਿੱਚ ਫੇਰ ਬਣੇ ਹੋਏ ਆ। 3 ਦਿਨ ਪਹਿਲਾਂ ਵੀ ਉਹਨਾਂ ਨੇ ਸਟੇ ਲੈਣ ਦੀ ਕੋਸ਼ਿਸ਼ ਕੀਤੀ, ਪਰ ਅਦਾਲਤ ਨੇ ਕਿਹਾ ਕਿ 12 ਨੂੰ ਆ ਜਾਓ। ਅਦਾਲਤ ਦੇ ਹੁਕਮਾਂ ਅਨੁਸਾਰ ਅਸੀਂ 9-10 ਨੂੰ ਸਾਰੀ ਡਿਮੋਲਿਸ਼ ਕਰਕੇ ਤੇ 12 ਨੂੰ ਅਦਾਲਤ ਦੇ ਵਿੱਚ ਅਸੀਂ ਰਿਪੋਰਟ ਸਟੇਟਸ ਰਿਪੋਰਟ ਦੇ ਦਿੱਤੀ ਆ ਕਿ ਅਸੀਂ ਉਹ ਕਬਜ਼ੇ ਜਿਹੜੇ ਇੰਨੇ ਸਾਲਾਂ ਤੋਂ ਨਹੀਂ ਸੀ ਹਟ ਰਹੇ 2010 ਤੋਂ 9 ਤੋਂ, ਉਹ ਅਸੀਂ ਹਟਾ ਦਿੱਤੇ ਆ। ਪਰ ਉਹਦੇ ਨਾਲ ਇੱਕ ਜਿਹੜੀ ਆ ਉਹ ਸੁਭਾਵਿਕ ਨਹੀਂ, ਉਹ ਗਲਤੀ ਮਜਬੂਰੀ 'ਚ ਹੋ ਗਈ ਆ ਕਿ ਕੁਝ ਲੋਕ ਜਿਹੜੇ ਆ ਲੋ ਇਨਕਮ ਗਰੁੱਪ ਦੇ ਸੀਗੇ, ਜਿਨ੍ਹਾਂ ਦੀਆਂ ਛੱਤਾਂ ਵੀ ਸਾਨੂੰ ਭਾਵੇਂ ਉਹ ਆਰਜੀ ਸੀਗੀਆਂ, ਉਹ ਢਾਉਣੀਆਂ ਪਈਆਂ। ਉਹਨਾਂ ਲਈ ਅੱਜ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮਿਲੇ ਸੀਗੇ। ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਨੂੰ ਬੜਾ ਗੰਭੀਰਤਾ ਨਾਲ ਲਿਆ ਆ ਤੇ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕੱਟ ਸ਼ਬਦਾਂ ਦੇ ਨਾਲ, ਸਾਡੇ 2 MLA ਸਾਹਿਬਾਨ ਵੀ ਮੇਰੇ ਨਾਲ ਸੀਗੇ, ਸਾਡੇ ਆਫੀਸਰ ਸਾਹਿਬਾਨ ਵੀ ਮੇਰੇ ਨਾਲ ਸੀਗੇ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕੱਟ ਕਿਹਾ ਆ ਕਿ ਅਸੀਂ ਲੋਕਾਂ ਦੇ ਚੁੱਲ੍ਹੇ ਬਾਲਣੇ ਹੈ, ਅਸੀਂ ਇਹ ਚੁੱਲ੍ਹੇ ਜਿਹੜੇ ਬੁਝਾਉਣੇ ਨਹੀਂ ਹੈ। ਜਿਹੜੇ ਵੀ ਉੱਥੇ ਲੋ ਇਨਕਮ ਗਰੁੱਪ 'ਚੋਂ ਡਿਸਪਲੇਸ ਹੋਏ ਆ ਉਹਨਾਂ ਨੂੰ ਰੀਹੈਬਿਲਿਟੇਟ ਕੀਤਾ ਜਾਵੇ। ਤੇ ਉਸ ਦੇ ਨਾਲ ਹੀ ਅਸੀਂ ਮੌਕੇ ਤੇ ਉਹਨਾਂ ਨੇ ਸਾਨੂੰ ਪੁੱਛਿਆ ਤੇ ਮੈਂ ਉਹਨਾਂ ਨੂੰ ਦੱਸਿਆ ਜੀ ਵੀ ਸਾਡੇ ਕੋਲ ਆਹ ਪ੍ਰਾਪਰਟੀਜ਼ ਨੇ, ਅਸੀਂ ਇਹ ਗੱਲ ਇੱਥੇ ਕਰ ਸਕਦੇ ਹਾਂ, ਇਸ ਤਰ੍ਹਾਂ ਕਰ ਸਕਦੇ ਹਾਂ। ਮੁੱਖ ਮੰਤਰੀ ਸਾਹਿਬ ਨੇ ਮੌਕੇ ਤੇ ਹਦਾਇਤ ਕੀਤੀ ਹੈ ਕਿ ਜਿੰਨੇ ਸ਼ਨਾਖਤ ਜਿਹੜੇ ਲੋ ਇਨਕਮ ਗਰੁੱਪ ਦੇ ਆ ਉਹਨਾਂ ਨਾਲ ਸਾਡੇ ਸੰਪਰਕ 'ਚ ਵੀ ਹੈਗੇ ਨੇ, ਉਹ ਪਾਰਟੀ ਦੇ ਸੰਪਰਕ 'ਚ ਨੇ, MLA ਸਾਹਿਬਾਨ ਦੇ ਸੰਪਰਕ 'ਚ ਨੇ, ਮੇਰੇ ਸੰਪਰਕ 'ਚ ਨੇ। ਉਹਨਾਂ ਨੂੰ ਅਸੀਂ ਜਿਹੜਾ ਮੇਜਰ ਇਹਦੇ ਵਿੱਚ ਅਸੀਂ ਤੁਹਾਨੂੰ ਰੀਵੀਲ ਕਰਨਾ ਚਾਹੁੰਦੇ ਹਾਂ ਉਹ ਇਹ ਆ ਕਿ ਜਿੱਥੇ ਲੋਕ ਜਾ ਕੇ ਸਿਆਸਤ ਕਰ ਰਹੇ ਆ, ਆਪਣੀ ਸਿਆਸਤ ਦਾ ਜੂਸ ਕੱਢ ਰਹੇ ਆ, ਉਹਨਾਂ ਲੋਕਾਂ ਨੂੰ ਭੜਕਾ ਰਹੇ ਆ ਜਾਂ ਹੋਰ ਕਰ ਰਹੇ ਆ, ਉਹਨਾਂ ਨੂੰ ਅਸੀਂ ਰੀਹੈਬਿਲਿਟੇਟ ਕਰਾਂਗੇ। ਉਸ ਦਿਨ ਅਸੀਂ ਨਹੀਂ ਸੀ ਛੱਡ ਸਕਦੇ ਕਿਉਂਕਿ ਕੋਰਟ ਦੀ ਨਿਗਰਾਨੀ 'ਚ ਸਾਰਾ ਕੁਝ ਹੋ ਰਿਹਾ ਸੀ। 100% ਡਿਮੋਲੀਸ਼ਨ ਸਾਨੂੰ ਕਰਨੀ ਪੈਣੀ ਸੀ ਔਰ ਅਸੀਂ ਕੀਤੀ ਹੈ। ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਹੁਕਮਾਂ ਅਨੁਸਾਰ, ਉਹਨਾਂ ਦੇ ਆਦੇਸ਼ਾਂ ਅਨੁਸਾਰ ਉਹ ਜਿੰਨੇ ਵੀ ਉੱਥੇ ਪੀੜਤ ਲੋ ਇਨਕਮ ਗਰੁੱਪ ਵਾਲੇ ਹੈਗੇ ਆ, ਨੀਡੀ ਹੈਗੇ ਆ, ਜਿਨ੍ਹਾਂ ਨੂੰ ਪੁਨਰਵਾਸ ਦੀ ਲੋੜ ਹੈ, ਅਸੀਂ ਉਹਨਾਂ ਨੂੰ 2 ਬੈਡਰੂਮ, 1 ਹਾਲ ਤੇ 1 ਕਿਚਨ ਛੋਟੇ ਫਲੈਟ ਅਸੀਂ ਉਹਨਾਂ ਨੂੰ ਦੇਵਾਂਗੇ। ਔਰ ਇਹ ਮੇਰਾ ਬਤੌਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਹੋਣ ਦੇ ਨਾਤੇ ਵੀ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜੇ ਵੀ ਸਟਰਕਚਰ ਅਸੀਂ ਉਹਨਾਂ ਨੂੰ ਦੇਵਾਂਗੇ ਉਹ ਜਿੱਥੇ ਉਹ ਪਹਿਲਾਂ ਰਹਿੰਦੇ ਸੀਗੇ ਉਹਨਾਂ ਨਾਲੋਂ ਵੇ ਬੈਟਰ ਥਾਵਾਂ ਹੋਣਗੀਆਂ, ਪਰ ਮਿਲਣਗੇ ਉਹਨਾਂ ਨੂੰ ਜਿਹੜੇ ਉਸ ਲਈ ਡਿਜ਼ਰਵ ਕਰਦੇ ਆ, ਜਿਹੜੇ ਲੋ ਇਨਕਮ ਗਰੁੱਪ 'ਚ ਹੈਗੇ ਆ, ਜਿਨ੍ਹਾਂ ਕੋਲ ਛੱਤ ਹੈ ਨਹੀਂ ਗੀ, ਜਿਹੜਾ ਮਾਫੀਆ ਆ, ਲੈਂਡ ਮਾਫੀਆ ਆ, ਜਿਹਨੇ ਉਹ ਇੰਨੀ ਕੀਮਤੀ ਜ਼ਮੀਨ ਜਿਹੜੀ ਦੱਬੀ ਹੋਈ ਸੀ ਕੁਛ ਥੋੜੇ ਛੋਟੇ ਘਰਾਂ ਦੇ ਬਹਾਨੇ ਨਾਲ, ਉਹਨਾਂ ਨਾਲ ਸਾਡੀ ਲੜਾਈ ਉੱਦਾਂ ਹੀ ਜਾਰੀ ਰਹੂਗੀ। ਔਰ ਇਹ ਜਿਹੜੀ ਮੈਂ ਜਗ੍ਹਾ ਆ, ਮੈਂ ਤੁਹਾਨੂੰ ਇਹ ਕਲੀਅਰ ਕੱਟ ਕਰਨਾ ਦੱਸਣਾ ਚਾਹੁੰਦਾ ਹਾਂ, ਤੁਹਾਡੇ ਤੋਂ ਬਹੁਤੇ ਸਾਥੀ ਆਪਾਂ ਹਮੇਸ਼ਾ ਹੀ ਸਾਰੇ ਹੀ ਆਲਮੋਸਟ ਮਿਲਦੇ ਹੀ ਹਾਂ। ਲਤੀਫਪੁਰਾ ਜਿਹੜਾ ਆ, ਲਤੀਫਪੁਰਾ ਦੇ ਨਾਮ ਤੇ ਨਾ ਜਾਇਓ, ਇਹ ਜਗ੍ਹਾ ਬਿਲਕੁਲ ਸਿਟੀ ਦੇ ਸੈਂਟਰ ਵਿੱਚ ਹੈ ਔਰ ਗੁਰੂ ਤੇਗ ਬਹਾਦਰ ਨਗਰ ਔਰ ਮਾਡਲ ਟਾਊਨ ਜਿਹੜੇ ਪੌਸ਼ ਏਰੀਆ 'ਚ ਹੈਗੇ ਆ
ਉਹਨਾਂ ਦੇ ਬਿਲਕੁਲ ਵਿਚਕਾਰ ਹੈ ਜਗ੍ਹਾ। ਔਰ ਜਲੰਧਰ ਵਾਸੀ ਇਸ ਗੱਲ ਤੋਂ ਬਹੁਤ ਤੰਗ ਸੀਗੇ। ਔਰ ਉਹ ਜਿਹੜੀ 120 ਫੁੱਟੀ ਸੜਕ ਸੀ ਉਹ ਵੀ ਵਿੱਚੇ ਇਨਕਰੋਚ ਹੋਈ ਸੀਗੀ। ਔਰ ਉੱਥੇ ਜਿੰਨੇ ਡਿਵੈਲਪਮੈਂਟ ਦੇ ਕੰਮ ਸੀਗੇ ਸਾਡੇ ਸਾਰੇ ਹੀ ਰੁਕੇ ਹੋਏ ਸੀਗੇ। ਇਸ ਕਰਕੇ ਸਾਨੂੰ ਇਹ ਕੌੜਾ ਘੁੱਟ ਭਰਨਾ ਪਿਆ। ਔਰ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ। ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਆ ਕਿ ਜਿਹੜੇ ਛੋਟੇ ਘਰਾਂ ਦੇ ਮਕਾਨ ਢਾਏ ਗਏ ਆ ਉਹ ਜਿਹੜਾ ਆ ਉਹਦੇ ਲਈ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ। ਸਾਨੂੰ ਇਹ ਅਦਾਲਤ ਕਰਕੇ ਕਰਨਾ ਪਿਆ। ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਪੂਰਾ ਫੁੱਲ ਚੜਾਵਾਂਗੇ। ਔਰ ਜਿਹੜੇ ਵੀ ਜ਼ਰੂਰਤਮੰਦ ਹੈਗੇ ਆ ਉਹਨਾਂ ਨੂੰ ਅਸੀਂ 2 ਬੈਡਰੂਮ, 1 ਹਾਲ ਤੇ 1 ਕਿਚਨ ਵਾਲਾ ਘਰ ਰਹਿਣ ਨੂੰ ਦੇਵਾਂਗੇ। ਜਿਹੜਾ ਮੈਂ ਪਹਿਲਾਂ ਹੀ ਕਿਹਾ ਅੱਗੇ ਨਾਲੋਂ ਵੇ ਬੈਟਰ ਹੋਏਗਾ। ਔਰ ਮਾਫੀਆ ਨਾਲ ਸਾਡੀ ਲੜਾਈ ਜਿਹੜੀ ਆ ਉਹ ਜਾਰੀ ਰਹੇਗੀ। ਔਰ ਇਸ ਤੋਂ ਇਲਾਵਾ ਇੱਥੋਂ ਤੱਕ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈਗਾ ਆ ਕਿ ਪੰਜਾਬ ਦੇ ਵਿੱਚ ਅਸੀਂ ਬੇਘਰੇ ਰਹਿਣ ਨਹੀਂ ਦੇਣੇ। ਜਿਹੜੀਆਂ ਸਾਡੀਆਂ ਅੱਗੇ ਸਕੀਮਾਂ ਆ ਰਹੀਆਂ, ਚਾਹੇ ਇੰਪਰੂਵਮੈਂਟ ਟਰਸਟ ਵੱਲੋਂ ਕਰੀਏ, ਚਾਹੇ ਕੁਝ ਹੋਰ ਅਦਾਰਿਆਂ ਵੱਲੋਂ ਕਰੀਏ, ਅਸੀਂ ਮਲਟੀ ਸਟੋਰੀ ਬਣਾ ਕੇ, ਪਹਿਲਾਂ ਵੀ ਇੱਕ ਸਕੀਮ ਜਿਹੜੀ ਫਲੋਟ ਕੀਤੀ ਜਾ ਰਹੀ ਆ, ਮਲਟੀ ਸਟੋਰੀ ਬਣਾ ਕੇ ਛੋਟੇ ਛੋਟੇ ਘਰ ਬਣਾ ਕੇ ਸਾਰਿਆਂ ਨੂੰ ਦੇਣੇ ਆ। ਅਸੀਂ ਤਾਂ ਉਹਨਾਂ ਨੂੰ ਵੀ ਦੇਣੇ ਆ ਜਿਨ੍ਹਾਂ ਕੋਲ ਅੱਜ ਜਗ੍ਹਾ ਕੋਈ ਵੀ ਨਹੀਂ ਹੈ ਰਹਿਣ ਲਈ। ਇਸ ਕਰਕੇ ਉਹਨਾਂ ਦਾ ਤਾਂ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਬਿਲਕੁਲ ਹੁਣੇ ਹੁਕਮ ਕਰਤਾ ਆ ਕਿ ਉਹਨਾਂ ਨੂੰ ਬਿਲਕੁਲ ਪੁਨਰਵਾਸ ਉਹਨਾਂ ਦਾ ਕਰੋ। ਤੇ ਹੋਰ ਜੇ ਕੋਈ ਇਹਦੇ ਬਾਰੇ ਕੋਈ ਸਵਾਲ ਹੈਗਾ, ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਆ। ਉਹੋ ਹੀ ਮਾਫੀਆ 2 ਦਿਨ ਪਹਿਲਾਂ ਜਿਹੜਾ ਕੋਰਟ 'ਚ ਸਾਡੇ ਅਗੇਂਸਟ ਫਿਰ ਸਟੇ ਲੈਣ ਆ ਗਿਆ ਸੀਗਾ, ਉਹ ਮਾਫੀਆ ਵੀ ਹੁਣ ਵੀ ਅੱਜ ਵੀ ਸਾਡੇ ਨਾਲ ਪਾਰਟੀ ਆ। ਔਰ ਅਗਲੀ ਜਿਹੜੀ ਆ ਕੰਟੈਂਪਟ ਆਫ ਕੋਰਟ ਦੀ ਤਰੀਕ ਜਿਹੜੀ ਆ 9 ਜਨਵਰੀ ਹੈ। ਪਰ ਉਹਨਾਂ ਨੂੰ ਅਸੀਂ ਪੱਕੇ ਤੌਰ ਤੇ ਖਦੇੜਨ 'ਚ ਸਫਲ ਹੋਏ ਆ। ਉਹਨਾਂ ਵਿਰੁੱਧ ਹੁਣ ਮੁਕੱਦਮੇ ਬਣ ਗਏ। ਔਰ ਜੇ ਹੋਰ ਹੋਣਗੇ ਉਹਨਾਂ ਦੇ ਜਿਹੜੇ ਆ ਰਲ ਮਿਲ ਕੇ ਮਿਲੀ ਭੁਗਤ ਨਾਲ ਗਲਤ ਰਜਿਸਟਰੀਆਂ ਵੀ ਕਰਾਈ ਫਿਰਦੇ ਆ। ਔਰ ਜਿਹੜੇ ਗਰੀਬ ਆਦਮੀ ਆ ਉਹਨਾਂ ਦੇ ਨਾਂ ਤੇ ਕੁਝ ਵੀ ਨਹੀਂ ਸੀਗਾ, ਪਰ ਅਸੀਂ ਉਹਨਾਂ ਨੂੰ ਰੀਹੈਬਿਲਿਟੇਟ ਕਰਾਂਗੇ, ਉਹਨਾਂ ਦਾ ਪੁਨਰਵਾਸ ਕਰਾਂਗੇ। ਅੱਗੇ ਹੁਣ ਮੇਰੇ ਨਾਲ MLA ਸਾਹਿਬਾਨ ਨੇ, ਸ਼ੀਤਲ ਉਂਗਰਾਲ ਜੀ, ਰਮਨ ਅਰੋੜਾ ਜੀ। ਮੈਂ ਸ਼ੀਤਲ ਉਂਗਰਾਲ ਜੀ ਨੂੰ ਬੇਨਤੀ ਕਰੂੰਗਾ ਚੰਦ ਲਫ਼ਜ਼ ਕਹਿਣ। ਬਹੁਤ ਬਹੁਤ ਧੰਨਵਾਦ ਸਾਰੇ ਮੀਡੀਆ ਦੇ ਜਿੰਨੇ ਵੀ ਮੇਰੇ ਇੱਥੇ ਸਾਥੀ ਖੜੇ ਆ। ਮੈਂ ਜਲੰਧਰ ਵੈਸਟ ਤੋਂ MLA ਚੁਣ ਕੇ ਆਉਣਾ ਹਾਂ ਤੇ ਮੇਰੇ ਨਾਲ ਬੈਠੇ ਰਮਨ ਅਰੋੜਾ ਜੀ ਜਿਹੜੇ ਜਲੰਧਰ ਸੈਂਟਰ ਤੋਂ MLA ਆ। ਅਸੀਂ ਹੀ ਦੋਨੋਂ ਨੁਮਾਇੰਦੇ ਜਲੰਧਰ ਆਮ ਆਦਮੀ ਪਾਰਟੀ ਤੋਂ ਚੁਣੇ ਹੋਏ MLA ਆ। ਮੈਂ ਜਲੰਧਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਤੁਸੀਂ ਸਰਕਾਰ 2022 ਚ ਬਣਾਈ ਹੈ, ਇਹ ਸਰਕਾਰ ਗਰੀਬਾਂ ਦੀ ਸਰਕਾਰ ਹੈ। ਕਿ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦਲਿਤਾਂ ਦੇ ਮਸੀਹ ਦੇ ਰੂਪ ਚ ਕੰਮ ਕਰ ਰਹੇ ਅੱਜ ਗਰੀਬਾਂ ਦਾ ਮਸੀਹਾ ਬਣ ਕੇ ਕੰਮ ਕਰ ਰਹੇ ਆ। ਉਹਨਾਂ ਨੇ ਤੇ ਹਜੇ ਇਹ ਸੋਚ ਹੈ ਕਿ ਜਿਹੜੇ ਇੱਥੇ ਗਰੀਬ ਲੋਕ ਹੈ ਪੰਜਾਬ ਦੇ, ਭਾਵੇਂ ਉਹ ਕੋਈ ਝੁੱਗੀ ਵਾਲਾ ਹੋਵੇ, ਕੋਈ ਝੌਂਪੜੀ ਵਾਲਾ ਹੋਵੇ, ਕੋਈ ਬਗੈਰ ਝੌਂਪੜੀ ਤੋਂ ਵੀ ਰਹਿੰਦਾ ਹੋਵੇ, ਅਸੀਂ ਸਰਕਾਰ ਦੀ ਜਿਹੜੀਆਂ ਸਕੀਮਾਂ ਉਹਨੇ ਚੇਅਰਮੈਨ ਸਾਹਿਬ ਨੇ ਕਿਹਾ ਉਹਦੇ ਨੇਤਾ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਮਕਾਨ ਦੇਣ ਜਾ ਰਹੇ ਆ। ਪਰ ਜਿਹੜਾ ਜਲੰਧਰ ਦੇ ਵਿੱਚ ਜਿਹੜਾ ਵਾਕਿਆ ਹੋਇਆ, ਮੈਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਿਹਾ, 3 ਦਿਨਾਂ ਤੋਂ ਰਾਜਨੀਤੀ ਲੋਕ ਅੱਜ ਆਪਣੀਆਂ ਰੋਟੀਆਂ ਸੇਕਣ ਦੇ ਲਈ ਬਹੁਤ ਕੁਝ ਕਹਿ ਰਹੇ ਆ। ਪਰ ਇਹ ਜਿਹੜਾ ਸਭ ਕੁਝ ਇਹ ਹੈ, ਮੈਂ ਅੱਜ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਲੋਕ ਅੱਜ ਇੰਨੀ ਠੰਡ 'ਚ ਬਾਹਰ ਬੈਠੇ ਆ, ਇਹ ਕੋਈ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ। ਇਹ ਕਾਂਗਰਸ ਦੀਆਂ ਜਿਹੜੀਆਂ ਸਰਕਾਰਾਂ ਜਾਂ ਅਕਾਲੀ ਭਾਜਪਾ ਦੀ ਜਿਹੜੀ ਸਰਕਾਰ ਸੀ, ਉਹਨਾਂ ਦੇ ਚਹੇਤੇ ਜਿਨ੍ਹਾਂ ਦੀ ਆਸ-ਪਾਸ ਜ਼ਮੀਨ ਆਮਣੇ ਸਾਹਮਣੇ ਜ਼ਮੀਨ ਸੀ, ਉਹਨਾਂ ਦੀ ਜ਼ਮੀਨ ਦੀ ਵੈਲਿਊ ਜ਼ਿਆਦਾ ਹੋਵੇ, ਇਸ ਕਰਕੇ ਉਹਨਾਂ ਨੇ ਆਪਣੇ ਕੋਰਟ ਦੇ ਵਿੱਚ ਚਹੇਤਿਆਂ ਕੋ ਰਿਟ ਪਵਾ ਕੇ 2006 ਦੇ ਵਿੱਚ ਰਿਟ ਪਵਾਈ ਗਈ। ਇਹ ਉਹਦਾ ਨਤੀਜਾ ਜਿਹੜਾ ਸੁਪਰੀਮ ਕੋਰਟ ਨੇ ਜਿਹੜਾ ਆਰਡਰ ਕੀਤਾ, ਇਸ ਕਰਕੇ ਟਰਸਟ ਨੂੰ ਇਹ ਕਾਰਵਾਈ ਕਰਨੀ ਪਈ। ਪਰ ਆਪਾਂ ਇਸ ਗੱਲ ਨੂੰ ਅੱਜ ਚੇਅਰਮੈਨ ਸਾਹਿਬ ਨੇ ਮੰਨਿਆ ਕਿ ਉਹ ਜਿਹੜੇ ਗਰੀਬ ਲੋਕਾਂ ਦੇ ਲਈ ਅਸੀਂ ਇਹ ਕਾਰਵਾਈ ਨਹੀਂ ਕੀਤੀ। ਅਸੀਂ ਕਾਰਵਾਈ ਕੀਤੀ ਜਿਹੜੇ 70 ਮਰਲੇ ਦੇ ਫਾਰਮ ਹਾਊਸ ਲੋਕਾਂ ਨੇ ਬਣਾਏ ਹੋਏ ਸੀ, ਕਿਉਂਕਿ ਜਿਹੜੀ ਉਹ ਜ਼ਮੀਨ ਹੈ ਉਹ ਟਰਸਟ ਦੀ ਬੜੀ ਕੀਮਤੀ ਜ਼ਮੀਨ ਹੈ, ਮਾਡਲ ਟਾਊਨ ਦਾ ਹਿੱਸਾ ਹੈ। ਕਿਉਂਕਿ ਅੱਜ ਲੋਕ ਨੂੰ ਲਤੀਪੁਰਾ ਦਾ ਨਾਮ ਤੋਂ ਜਾਣ ਰਹੇ ਆ, ਪਰ ਉੱਥੋਂ ਜਿਹੜੀ ਟਰਸਟ ਦੀ ਇੱਕ ਸੜਕ ਲੰਘਣੀ 120 ਫੁੱਟੀ ਰੋਡ, ਪਰ ਇਸ ਕਰਕੇ ਅੱਜ ਉਹਨਾਂ ਲੋਕ ਜਿਹੜੇ ਬਾਹਰ ਬੈਠੇ ਆ, ਚੇਅਰਮੈਨ ਸਾਹਿਬ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਕਿਹਾ ਕਿ ਉਹਨਾਂ ਲੋਕਾਂ ਨੂੰ ਇਮੀਡੀਏਟ ਹੀ ਟਰਸਟ ਵੱਲੋਂ ਜਿਹੜੇ ਹੁਣੇ 2 ਬੈਡਰੂਮ ਦਾ ਜਿਹੜਾ ਘਰ ਦਿੱਤਾ ਜਾਏਗਾ ਕਿ ਉਹ ਲੋਕ ਜਿੱਦਾਂ ਦੇ ਮਕਾਨ 'ਚ ਰਹਿ ਰਹੇ ਸੀ ਉਹਦੇ ਤੋਂ ਬਹੁਤ ਵਧੀਆ ਹਾਲਾਤਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਇਹ ਪ੍ਰਾਪਰਟੀ ਮਿਲਣ ਜਾ ਰਹੀ ਹੈ। ਤੇ ਉਹਦੇ ਤੋਂ ਇਲਾਵਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਅੱਜ ਆਪਣੇ ਘਰ ਦਾ ਜਿਨ੍ਹਾਂ ਦੇ ਕੋਈ ਛੱਤ ਨਹੀਂ ਹੈ, ਜਿਹੜੇ ਲੋਕ ਬੇਕਾਰ ਹੈ, ਉਹਨਾਂ ਦੇ ਲਈ ਵੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਹੁਤ ਜਲਦੀ ਸਕੀਮ ਲੈ ਕੇ ਆ ਰਹੇ ਆ। ਤੇ ਜਿੰਨਾ ਦੁੱਖ ਉਹਨਾਂ ਨੂੰ ਹੋਇਆ 3 ਦਿਨਾਂ ਦੇ ਵਿੱਚ, ਉਸ ਚੀਜ਼ ਦੀ ਮੈਂ ਆਪਣੇ ਮਨ ਦੇ ਵਿੱਚ ਬਹੁਤ ਠੇਸ ਹੈ। ਸਾਨੂੰ ਵੀ ਦੁੱਖ ਉਹਨਾਂ, ਮੇਰੇ ਨਾਲ ਰਮਨ ਜੀ ਹੈ, ਸਾਨੂੰ ਪੂਰੀ ਸਰਕਾਰ ਵੱਲੋਂ ਅਸੀਂ ਉਹਨਾਂ ਲੋਕਾਂ ਨੂੰ ਕਵਾਂਗੇ ਅਸੀਂ ਤੁਹਾਡੇ ਨਾਲ ਹੈ, ਸਰਕਾਰ ਤੁਹਾਡੇ ਨਾਲ ਹੈ। ਇਹਨਾਂ ਕਹਿੰਦਾ ਹੋਏ ਮੈਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਾਂਗਾ। ਜਾਂ ਅਸੀਂ ਹੁਣੇ ਹੀ ਉਹਨਾਂ ਲੋਕਾਂ ਕੋਲ ਇਮੀਡੀਏਟ ਚੇਅਰਮੈਨ ਸਾਹਿਬ ਤੇ ਅਸੀਂ ਪੂਰੀ ਟੀਮ ਜਾਵਾਂਗੇ, ਜਾਂ ਕੱਲ ਜਾਂ ਪਰਸੋਂ ਜਿਹੜਾ ਵੀ ਟਾਈਮ ਮਿਲੇਗਾ ਅਸੀਂ ਉਹਨਾਂ ਲੋਕਾਂ ਕੋਲ ਜਾ ਕੇ ਉਹਨਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਛੱਡ ਕੇ ਆਵਾਂਗੇ। ਇੰਨਾ ਹੀ ਉਹਨਾਂ ਲੋਕਾਂ ਨੇ ਜੋ ਕੁਛ ਉਹਨਾਂ ਨਾਲ ਬੀਤਿਆ
ਉਸ ਚੀਜ਼ ਦੀ ਮੈਂ ਫਿਰ ਉਹਨਾਂ ਦਾ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਇੰਨਾ ਸਫ਼ਰ ਕੱਟਿਆ, ਇੰਨੀ ਮੁਸ਼ਕਿਲ ਕੱਟੀ, ਪਰ ਬਹੁਤ ਦੁੱਖ ਦੇ ਵਿੱਚ ਅੱਜ ਉਹ ਲੋਕ ਹੈ, ਅਸੀਂ ਉਹਨਾਂ ਦੇ ਨਾਲ।